ਹੈਲੋ ਫਰੈਂਡਸ, ਗੁੱਡ ਆਫਟਰਨੂਨ। ਅੱਜ ਦਾ ਜਿਹੜਾ ਟੌਪਿਕ ਹੈ ਸਿਵਲ ਸਰਵਿਸਿਜ਼ ਇਨ ਇੰਡੀਆ, ਇਹਨਾਂ ਦਾ ਕੀ ਪ੍ਰੈਜ਼ੈਂਟ ਕੀ ਸਿਚੁਏਸ਼ਨ 'ਚ ਹੈਗੀ ਤੇ ਪਾਸਟ ਕੀ ਸੀ, ਕੀ ਹਿਸਟਰੀ ਸੀਗੀ ਸਿਵਲ ਸਰਵਿਸਿਜ਼ ਦੀ ਇੰਡੀਆ ਦੇ ਵਿੱਚ। ਜਿਹੜੇ ਲਾਰਡ ਕਾਰਨਵਾਲਿਸ ਸੀਗੇ, ਜਿਹੜੇ ਗਵਰਨਰ ਜਨਰਲ ਆਫ ਬੰਗਾਲ ਸੀਗੇ 1786 ਟੂ 1793 ਦਾ, ਹੀ ਵਾਜ਼ ਦਾ ਫਸਟ ਟੂ ਬ੍ਰਿੰਗ ਇਨ ਟੂ ਐਗਜ਼ਿਸਟੈਂਸ ਐਂਡ ਆਰਗੇਨਾਈਜ਼ ਦਾ ਸਿਵਲ ਸਰਵਿਸ। ਉਹਨਾਂ ਨੇ ਸਿਵਲ ਸਰਵਿਸ ਨੂੰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਚਾਰਲਸ ਕਾਰਨਵਾਲਿਸ is known as the father of civil services India। ਚਾਰਲਸ ਕਾਰਨਵਾਲਿਸ ਨੂੰ ਫਾਦਰ ਆਫ ਸਿਵਲ ਸਰਵਿਸਿਜ਼ ਕਿਹਾ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ, ਹੁਣ ਹਿਸਟਰੀ ਦੇਖੋ, ਤਿੰਨ ਚੀਜ਼ਾਂ ਨੇ ਇਹਦੇ 'ਚ। ਇੱਕ ਤਾਂ ਹੈਗੀ ਇੰਡੀਅਨ ਸਿਵਲ ਸਰਵਿਸਿਜ਼, ਜਿਹਨੂੰ ਹੁਣ ਅਸੀਂ IAS ਕਹਿੰਦੇ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼। ਇੱਕ ਇੰਡੀਅਨ ਪੁਲਿਸ ਸਰਵਿਸ ਸੀਗੀ, ਇੱਕ ਹੈਗੀ ਇੰਡੀਅਨ ਫੋਰੈਸਟ ਸਰਵਿਸ। ਇਹਨਾਂ ਦੀ ਹਿਸਟਰੀ ਕੀ ਹੈ ਉਹਦੇ 'ਤੇ ਥੋੜ੍ਹਾ ਜਿਹਾ ਆਪਾਂ ਡਿਸਕਸ ਕਰਾਂਗੇ। ਪਹਿਲੇ ਜਿਹੜੇ ਸਿਵਲ ਸਰਵੈਂਟ ਸੀਗੇ, ਜਦੋਂ ਈਸਟ ਇੰਡੀਆ ਕੰਪਨੀ 1757 ਤੋਂ ਲੈ ਕੇ 1857 ਤੱਕ ਰੂਲ ਰਿਹਾ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ। ਈਸਟ ਇੰਡੀਆ ਕੰਪਨੀ ਦੇ ਜਿਹੜੀ ਹੁੰਦੀ ਸੀ, ਉਹ ਸਿਵਲ ਸਰਵੈਂਟ ਜਿਹੜੇ ਉਹਨਾਂ ਦੇ ਹੁੰਦੇ ਸੀਗੇ, ਉਹ ਡਾਇਰੈਕਟਰ ਆਫ ਕੰਪਨੀ ਨੋਮੀਨੇਟ ਕਰਦੇ ਸੀਗੇ, ਜਿਨ੍ਹਾਂ ਦੀ ਟ੍ਰੇਨਿੰਗ ਜਿਹੜੀ ਹੁੰਦੀ ਸੀ ਹੈਲੀਬਰੇ ਕਾਲਜ ਆਫ ਲੰਡਨ ਦੇ ਵਿੱਚ ਹੁੰਦੀ ਸੀ। ਤਾਂ ਉਹ ਟ੍ਰੇਨਿੰਗ ਤੋਂ ਬਾਅਦ ਫਿਰ ਉਹਨਾਂ ਜਿਹੜੇ ਸਿਵਲ ਸਰਵੈਂਟਸ ਨੂੰ ਇੰਡੀਆ ਦੇ ਵਿੱਚ ਭੇਜਿਆ ਜਾਂਦਾ ਸੀਗਾ। 1854 ਦੇ ਵਿੱਚ ਕੀ ਹੋਇਆ, ਮੈਕੌਲੇ ਕਮੇਟੀ ਸੀਗੀ, ਇਹਨਾਂ ਨੇ ਕੀ ਕੀਤਾ, ਇੱਕ ਕੰਸੈਪਟ ਆਫ ਮੈਰਿਟ ਬੇਸਡ ਮਾਡਰਨ ਸਿਵਲ ਸਰਵਿਸਿਜ਼ ਇਨ ਇੰਡੀਆ, ਇੰਡੀਆ ਦੇ ਵਿੱਚ ਮੈਰਿਟ ਬੇਸਡ ਸਿਵਲ ਸਰਵਿਸਿਜ਼ ਦਾ ਕੰਸੈਪਟ ਨੂੰ ਇੰਟਰੋਡਿਊਸ ਕੀਤਾ। ਇਹਨਾਂ ਦੀ ਰਿਪੋਰਟ ਦੇ ਜਿਹੜੇ ਰਿਕਮੈਂਡ ਕੀ ਕਰ ਰਹੇ ਸੀਗੇ, ਸ਼ੁੱਡ ਬੀ ਰਿਪਲੇਸ, ਜਿਹੜੇ EIC ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਿੱਚ ਜਿਹੜੇ ਪੈਟਰੋਨੇਜ ਬੇਸਡ ਸਿਸਟਮ ਸੀਗਾ, ਉਹਨੂੰ ਹੁਣ ਇਹ ਚਾਹੁੰਦੇ ਸੀਗੇ ਮੈਕੌਲੇ ਕਮੇਟੀ ਦੇ ਵਿੱਚ ਵੀ ਪਰਮਾਨੈਂਟ ਸਿਵਲ ਸਰਵਿਸਿਜ਼ ਸਰਵੈਂਟਸ ਰੱਖੇ ਜਾਣ ਮੈਰਿਟ ਬੇਸ ਤੇ, ਕੰਪੀਟੀਟਿਵ ਐਗਜ਼ਾਮੀਨੇਸ਼ਨ ਦੇ ਬੇਸ ਤੇ ਪਰਮਾਨੈਂਟ ਸਿਵਲ ਸਰਵਿਸਿਜ਼ ਰੱਖੇ ਜਾਣ। 1854 ਤੋਂ ਪਹਿਲਾਂ ਪਰਮਾਨੈਂਟ ਸਿਵਲ ਸਰਵਿਸਿਜ਼ ਨਹੀਂ ਹੁੰਦੇ ਸੀ। ਫਿਰ ਮੈਕੌਲੇ ਕਮੇਟੀ ਦੀ ਜਿਹੜੀ ਸੀ, ਇਹਦੇ ਜਿਹੜੀ ਰਿਕਮੈਂਡੇਸ਼ਨ ਸੀ, ਉਸ ਤੋਂ ਬਾਅਦ ਕੀ ਹੋਇਆ, ਸਿਵਲ ਸਰਵਿਸ ਕਮਿਸ਼ਨ 1854 ਦੇ ਵਿੱਚ ਸੈਟਅਪ ਕੀਤਾ ਗਿਆ ਤੇ ਕੰਪੀਟੀਸ਼ਨ ਐਗਜ਼ਾਮੀਨੇਸ਼ਨ ਵਾਸ ਸਟਾਰਟਡ ਇਨ 1855। 1855 ਦੇ ਵਿੱਚ ਕੰਪੀਟੀਟਿਵ ਐਗਜ਼ਾਮੀਨੇਸ਼ਨ ਸਟਾਰਟ ਕੀਤੇ ਗਏ ਸਿਵਲ ਸਰਵਿਸਿਜ਼ ਦੇ। ਜਿਹੜੇ ਸਟਾਰਟਿੰਗ ਵਾਲੀ ਸਟੇਜ ਜਿਹੜੇ ਇੰਡੀਅਨ ਸਿਵਲ ਸਰਵਿਸਿਜ਼ ਸੀਗੇ, ਸਿਰਫ ਲੰਡਨ ਦੇ ਵਿੱਚ ਹੁੰਦਾ ਸੀਗਾ। ਤੇ 18 ਤੋਂ 23 ਸਾਲ ਤੱਕ ਦੀ ਜਿਹੜੀ ਏਜ ਲਿਮਿਟ ਸੀ, ਮਿਨੀਮਮ ਏਜ 18 ਸਾਲ ਸੀ ਤੇ ਮੈਕਸਿਮਮ ਏਜ 23 ਈਅਰ ਸੀ। ਜਿਹੜਾ ਇਹਨਾਂ ਦਾ ਸਿਲੇਬਸ ਹੁੰਦਾ ਸੀਗਾ ਉਸ ਟਾਈਮ ਦੇ ਵਿੱਚ, ਜਿਹੜਾ ਯੂਰੋਪੀਅਨ ਕਲਾਸਿਕਸ ਦੇ ਵਿੱਚ ਹੁੰਦਾ ਸੀਗਾ, ਜਿਹਦੇ ਵਿੱਚ ਜਿਹੜੇ ਉਸ ਬ੍ਰਿਟਿਸ਼ਰਸ ਜਿਹੜੇ ਸੀ ਸਬਜੈਕਟਸ ਜਿਹੜੇ ਇਦਾਂ ਦੇ ਹੁੰਦੇ ਸੀਗੇ ਵੀ ਇੰਡੀਅਨ ਜਿਹੜੇ ਸੀ ਕੁਆਲੀਫਾਈ ਨਹੀਂ ਕਰ, ਜਿਹਦੇ 'ਚ ਕਰ ਨਹੀਂ ਸਕਦੇ ਹੁੰਦੇ ਸੀ। ਗ੍ਰੀਕ ਸਬਜੈਕਟ ਸੀਗੇ, ਗ੍ਰੀਕ ਤੇ ਲੈਟਿਨ ਜਿਹੜੀ ਸਬਜੈਕਟ ਸੀਗੇ। ਫਿਰ ਕੀ ਹੋਇਆ, ਤੇ ਜਿਹੜੇ ਇਹਦੇ 'ਚ ਜਿਹੜੇ ਇੰਡੀਅਨ ਸੀਗੇ, ਆਲ ਦਿਸ ਮੇਡ ਇਟ ਡਿਫਿਕਲਟ ਫॉर ਇੰਡੀਅਨ ਕੈਂਡੀਡੇਟਸ ਲਈ ਬੜਾ ਮੁਸ਼ਕਲ ਸੀਗਾ ਉਹ ਟੈਸਟ ਕਲੀਅਰ ਕਰਨੇ। ਫਿਰ 1864 ਦੇ ਵਿੱਚ ਜਿਹੜਾ ਫਸਟ ਇੰਡੀਅਨ ਸੀਗੇ ਸਤਿੰਦਰਨਾਥ ਟੈਗੋਰ, ਇਹ ਰਵਿੰਦਰਨਾਥ ਟੈਗੋਰ ਦੇ ਬ੍ਰਦਰ ਸੀ। ਇਹਨਾਂ ਨੇ ਫਸਟ ਇੰਡੀਅਨ, ਹੀ ਵਾਜ਼ ਦਾ ਫਸਟ ਇੰਡੀਅਨ ਟੂ ਸਕਸੀਡ ਫॉर ICS, ਇੰਡੀਅਨ ਸਿਵਲ ਸਰਵਿਸਿਜ਼ ਨੂੰ ਕਲੀਅਰ ਕਰਨ ਵਾਲੇ ਫਸਟ ਇੰਡੀਅਨ ਕਿਹੜੇ, ਸਤਿੰਦਰਨਾਥ ਟੈਗੋਰ। 1864 ਹੀ ਵਾਜ਼ ਦਾ ਬ੍ਰਦਰ ਆਫ ਰਵਿੰਦਰਨਾਥ ਟੈਗੋਰ। ਤੁਹਾਨੂੰ ਇੱਕ ਗੱਲ ਹੋਰ ਦੱਸੀ, ਬੜੀ ਵਧੀਆ ਗੱਲ ਦੱਸੀ ਹੈ, ਜਿਹੜੇ ਸੁਭਾਸ਼ ਚੰਦਰ ਬੋਸ ਸੀਗੇ, ਇਹ ਵੀ ICS, ਇਹਨਾਂ ਨੇ ਵੀ 1920 ਦੇ ਵਿੱਚ ICS ਕਲੀਅਰ ਕੀਤੀ ਸੀ। 4th ਪੋਜੀਸ਼ਨ ਸੀਗੀ ਇਹਨਾਂ ਦੀ, ਸੁਭਾਸ਼ ਚੰਦਰ ਬੋਸ ਦੀ। ਬਟ ਇਹਨਾਂ ਨੇ 1921 ਦੇ ਵਿੱਚ ਰਿਜ਼ਾਈਨ ਕਰਤਾ ਸੀਗਾ। ਫਿਰ ਵਰਲਡ ਵਾਰ ਸਟਾਰਟ ਹੋ ਗਈ। 64 ਤੋਂ ਲੈ ਕੇ 1918 ਤੱਕ, 1922 ਤੱਕ ਵੈਸੇ ਨੋਰਮਲ ਚੱਲਦਾ ਰਿਹਾ ਸਾਰਾ ਕੁਝ। ਜਿਹੜੇ ਸਿਸਟਮ ਬ੍ਰਿਟਿਸ਼ ਕਰਾਊਨ ਦੇ ਸੀਗੇ, ਸਿਲੈਕਸ਼ਨ ਪ੍ਰੋਸੀਜਰ ਨੋਰਮਲ ਚੱਲਦਾ ਰਿਹਾ। ਫਿਰ 1922 ਤੋਂ ਬਾਅਦ ਕੀ ਹੋਇਆ, ਜਦੋਂ ਵਰਲਡ ਵਾਰ 1 ਖਤਮ ਹੋ ਗਈ, ਫਿਰ ਮੌਂਟਗੋ ਚੈਮਸਫੋਰਡ ਰਿਫਾਰਮ ਸੀਗੇ। ਇਹਨਾਂ ਨੇ ਕੀ ਕੀਤਾ, ਜਿਹੜੇ ICS ਜਿਹੜੇ ਸੀ ਇੰਡੀਆ ਦੇ ਵਿੱਚ ਵੀ ਸਟਾਰਟ ਕਰਤੇ। 1922 ਤੋਂ ਪਹਿਲਾਂ ਇੰਡੀਆ ਦੇ ਵਿੱਚ ਕੋਈ ਟੈਸਟ ਨਹੀਂ ਹੁੰਦਾ ਸੀ ਇੰਡੀਅਨ ਸਿਵਲ ਸਰਵਿਸ ਦਾ, ਬਟ 1922 ਤੋਂ ਬਾਅਦ ਇੰਡੀਅਨ ਸਿਵਲ ਸਰਵਿਸਿਜ਼ ਦਾ ਟੈਸਟ ਇੰਡੀਆ ਦੇ ਵਿੱਚ ਵੀ ਹੋਣ ਲੱਗ ਪਿਆ। ਸਭ ਤੋਂ ਪਹਿਲਾਂ ਜਿਹੜੇ ਹੋਏ ਸੀ ਇਲਾਹਾਬਾਦ ਵਿੱਚ ਹੋਏ ਸੀਗੇ ਸਟਾਰਟ, ਫਿਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਟਾਰਟ ਹੋਏ, ਠੀਕ ਹੈ। ਬਟ ਜਿਹੜੇ ਲੰਡਨ ਦੇ ਵਿੱਚ ਜਿਹੜੇ ਐਗਜ਼ਾਮੀਨੇਸ਼ਨ ਸੀਗੇ ਕੰਟੀਨਿਊਡ ਸੀਗੇ, ਇਹ ਵੀ ਚੱਲਦੇ ਸੀਗੇ। ਇਨ ਐਡੀਸ਼ਨ ਜਿਹੜੇ ਇੰਡੀਆ ਦੇ ਵਿੱਚ ਵੀ ਸਟਾਰਟ ਹੋ ਗਏ ਸੀਗੇ 1922 ਦੇ ਵਿੱਚ। ਇਹ ਹੁਣ ਇੰਡੀਅਨ ਪੁਲਿਸ, ਜਿਹਨੂੰ ਅੱਜ ਕੱਲ੍ਹ IPS ਕਹਿੰਦੇ ਨੇ ਨਾ, ਪਹਿਲਾਂ ਇਹਨੂੰ ਕਹਿੰਦੇ ਇੰਪੀਰੀਅਲ ਪੁਲਿਸ ਜਾਂ ਇੰਡੀਅਨ ਪੁਲਿਸ। ਇਹਨਾਂ ਦੀ ਜਿਹੜੀ ਹਿਸਟਰੀ ਸੀਗੀ ਇੰਡੀਪੈਂਡੈਂਸ ਤੋਂ ਪਹਿਲਾਂ, ਜਿਹੜੇ ਸੁਪੀਰੀਅਰ ਪੁਲਿਸ ਆਫੀਸਰ ਸੀਗੇ, ਠੀਕ ਹੈ, ਇਹ ਸੈਕਟਰੀ ਆਫ ਸਟੇਟ ਅਪਾਇੰਟ ਕਰਦਾ ਸੀ ਬਾਈ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੇ ਥਰੂ ਆਉਂਦੇ ਸੀ।
ਜਿਹੜਾ ਫਸਟ ਕੰਪੀਟੀਸ਼ਨ ਸੀਗਾ, ਫਸਟ ਓਪਨ ਕੰਪੀਟੀਸ਼ਨ ਸੀਗਾ ਫॉर द ਆਈਪੀ ਇੰਡੀਅਨ ਪੁਲਿਸ, ਇਹ ਹੋਇਆ ਸੀ ਇੰਗਲੈਂਡ ਦੇ ਵਿੱਚ 1993 ਦੇ ਵਿੱਚ, ਜੂਨ 1993 ਦੇ ਵਿੱਚ। ਤੇ 10 ਜਿਹੜੇ ਕੈਂਡੀਡੇਟ ਜਿਹੜੇ ਸਿਲੈਕਟ ਕੀਤੇ ਗਏ ਸੀਗੇ ਪ੍ਰੋਵੀਜ਼ਨਰੀ ਬੇਸਿਸ ਤੇ ACP ਅਸਿਸਟੈਂਟ ਸੁਪਰੀਡੈਂਟ ਆਫ ਪੁਲਿਸ। ਫਿਰ ਜਿਹੜੀ ਇੰਡੀਅਨਸ ਦੀ ਐਂਟਰੀ ਜਿਹੜੀ ਸਟਾਰਟ ਹੋਈ ਹੈ 1920 ਤੋਂ ਬਾਅਦ ਹੋਈ ਹੈ। ਉਧਰ ਵੀ ਲਾਸਟ ਸਲਾਈਡ ਤੁਹਾਨੂੰ ਦਿਖਾਇਆ ਸੀ 1922 ਦੇ ਵਿੱਚ IAS ਦੇ ਵਿੱਚ ਇੰਡੀਅਨ ਸਿਵਲ ਸਰਵਿਸ ICS ਦੇ ਵਿੱਚ ਸਟਾਰਟ ਹੋਈ ਹੈ, ਤੇ IPS ਜਿਨ੍ਹਾਂ ਨੂੰ ਹੁਣ ਅੱਜ IPS ਕਹਿੰਦੇ ਆ ਉਹਦੇ ਵਿੱਚ ਵੀ 1920 ਤੋਂ ਬਾਅਦ ਇੰਡੀਅਨਸ ਦੀ ਜਿਹੜੀ ਐਂਟਰੀ ਸਟਾਰਟ ਹੋਈ ਹੈ। ਠੀਕ ਹੈ, ਇੰਡੀਅਨਸ ਓਨਲੀ ਆਫਟਰ 1920 ਤੋਂ ਬਾਅਦ ਇੰਡੀਅਨਸ ਆਏ ਨੇ। ਉਸ ਤੋਂ ਬਾਅਦ ਇਹ ਪਹਿਲੇ ਜਦੋਂ 1920 ਤੋਂ ਜਿਹੜੇ ਉਸ ਤੋਂ ਬਾਅਦ ਜਿਹੜੇ ਐਗਜ਼ਾਮੀਨੇਸ਼ਨ ਸੀਗੇ ਇਹਨਾਂ ਦੀ ਇੰਡੀਆ 'ਚ ਵੀ ਹੁੰਦੀ ਸੀ ਤੇ ਇੰਗਲੈਂਡ ਦੇ ਵਿੱਚ ਹੁੰਦੀ ਸੀ। 1931 ਦੇ ਵਿੱਚ ਕੀ ਹੋਇਆ, 1931 ਤੱਕ ਕੀ ਹੋਇਆ, ਜਿਹੜੇ ਇੰਡੀਅਨ ਸੀਗੇ ਸਿਰਫ 20% ਜਿਹੜੇ ਸੀ ਸੁਪਰੀਡੈਂਟੈਂਟ ਆਫ ਪੁਲਿਸ, ਜਿਹਨੂੰ SP ਕਹਿੰਦੇ ਆਪਾਂ, ਉਸ ਪੋਜੀਸ਼ਨ ਤੇ ਹੁੰਦੇ ਸੀ, ਅਪਾਇੰਟ ਹੁੰਦੇ ਸੀਗੇ। ਠੀਕ ਹੈ, ਪਰ ਕੀ ਹੋਇਆ, ਜਿਹੜੇ ਯੂਰੋਪੀਅਨ ਕੈਂਡੀਡੇਟਸ ਦੀ ਨੌਨ ਅਵੇਲੇਬਿਲਿਟੀ ਕਰਕੇ 1939 ਤੋਂ ਬਾਅਦ ਜਿਹੜੇ ਇੰਡੀਅਨ ਪੁਲਿਸ ਸਰਵਿਸਿਜ਼ ਦੇ ਵਿੱਚ ਜ਼ਿਆਦਾ ਇੰਡੀਅਨਸ ਨੂੰ ਅਪਾਇੰਟਮੈਂਟ ਹੋਣ ਲੱਗ ਗਈ। ਪਹਿਲੇ 1931 ਤੱਕ ਜਿਹੜੇ ਸੀਗੇ ਸਿਰਫ 20% ਸੀਗੇ, ਫਿਰ ਜ਼ਿਆਦਾ 1939 ਤੋਂ ਬਾਅਦ ਜਿਹੜੇ ਨੇ ਇੰਡੀਅਨਸ ਦੀ ਜ਼ਿਆਦਾ ਅਪਾਇੰਟਮੈਂਟ ਹੋਣ ਲੱਗੀ, ਕਿਉਂਕਿ ਯੂਰੋਪੀਅਨ ਕੈਂਡੀਡੇਟਸ ਦੀ ਸੂਟੇਬਿਲਿਟੀ ਅਵੇਲੇਬਿਲਿਟੀ ਨਹੀਂ ਸੀ। ਤੀਸਰਾ ਹੈਗਾ ਇੰਪੋਰਟੈਂਟ ਇਨ ਹਿਸਟਰੀ ਆਫ ਫੋਰੈਸਟ ਸਰਵਿਸਿਜ਼। ਠੀਕ ਹੈ ਜੀ, ਬ੍ਰਿਟਿਸ਼ ਇੰਡੀਆ ਨੇ ਜਿਹੜਾ ਇਹ 1864 ਦੇ ਵਿੱਚ ਸਟਾਰਟ ਕੀਤਾ ਸੀ, ਇੰਪੀਰੀਅਲ ਫੋਰੈਸਟ ਡਿਪਾਰਟਮੈਂਟ ਸਟਾਰਟ ਕੀਤਾ ਸੀ। ਫਿਰ ਇੰਪੀਰੀਅਲ ਫੋਰੈਸਟ ਡਿਪਾਰਟਮੈਂਟ ਦੇ ਬੇਸ ਤੇ IFS ਇੰਡੀਅਨ ਫੋਰੈਸਟ ਸਰਵਿਸਿਜ਼ ਜਿਹੜੀ 1867 ਦੇ ਵਿੱਚ ਕਨਸਟੀਟਿਊਟ ਕੀਤੀ। 1867 to 1885 ਦੇ ਵਿੱਚ ਜਿਹੜੇ IFS ਆਫੀਸਰ ਸੀਗੇ, ਇਹਨਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਸੀ ਇਹ ਫਰਾਂਸ ਤੇ ਜਰਮਨੀ 'ਚ ਹੁੰਦੀ ਸੀ। ਠੀਕ ਹੈ, 1905 ਤੱਕ ਜਿਹੜੇ ਸੀਗੇ 85 ਤੋਂ ਬਾਅਦ 1905 ਤੱਕ ਜਿਹੜੀ ਇਹਨਾਂ ਦੀ ਟ੍ਰੇਨਿੰਗ ਹੋਣ ਲੱਗੀ ਕੂਪਰ ਹਿਲਸ ਲੰਡਨ ਦੇ ਵਿੱਚ ਹੋਣ ਲੱਗੀ। ਤੇ 1920 ਦੇ ਵਿੱਚ ਜਿਹੜੀ ਸੀਗੀ ਇਹ ਡਿਸਾਈਡ ਕੀਤਾ ਗਿਆ that to recruitment to the IF would be made by direct recruitment in England and India। 1920 ਤੋਂ ਬਾਅਦ ਵੀ 1920 ਤੋਂ ਬਾਅਦ ਇੰਗਲੈਂਡ ਅਤੇ ਇੰਡੀਆ ਦੇ ਵਿੱਚ ਡਾਇਰੈਕਟ ਰਿਕਰੂਟਮੈਂਟ ਦਾ ਪ੍ਰੋਸੈਸ ਸਟਾਰਟ ਹੋਇਆ। ਠੀਕ ਹੈ, ਦੂਸਰਾ ਤੇ ਪ੍ਰੋਮੋਸ਼ਨ ਦੇ ਜਿਹੜੇ ਪ੍ਰੋਵੀਜ਼ਨਲ ਸਰਵਿਸ ਸੀਗੇ ਉਹਨਾਂ ਦੇ ਪ੍ਰੋਮੋਸ਼ਨ ਬੇਸਿਸ ਤੇ ਵੀ ਜਿਹੜੇ IFS ਦੇ ਵਿੱਚ ਆਉਂਦੇ ਸੀ। ਇੰਡੀਪੈਂਡੈਂਸ ਤੋਂ ਬਾਅਦ ਕੀ ਹੋਇਆ, IFS ਜਿਹੜਾ ਸੀ 1966 ਦੇ ਵਿੱਚ ਅੰਡਰ ਆਲ ਇੰਡੀਆ ਸਰਵਿਸ ਐਕਟ 1951 ਇਹਦੇ ਅੰਡਰ IFS ਨੂੰ 1966 ਦੇ ਵਿੱਚ ਇੰਡੀਪੈਂਡੈਂਟ ਤੋਂ ਬਾਅਦ ਕ੍ਰੀਏਟ ਕੀਤਾ ਗਿਆ ਦੁਬਾਰਾ। ਇਹ ਸੈਂਟਰਲ ਸਿਵਲ ਸਰਵਿਸਿਜ਼ ਨੇ। ਸੈਂਟਰਲ ਸਿਵਲ ਸਰਵਿਸਿਜ਼ ਦੇ ਜਿਹਦਾ ਰੇਲਵੇ ਹੋ ਗਈ, ਬੈਂਕਿੰਗ ਸਿਸਟਮ ਹੋ ਗਿਆ, ਹੈ ਨਾ, ਇਹ ਸਾਰੇ ਜਿੰਨੇ ਵੀ ਨੇ ਸੈਂਟਰਲ ਸਿਵਲ ਸਰਵਿਸ ਦੇ ਵਿੱਚ ਆਏ ਨੇ। ਇਹ ਜਿਹੜੇ ਸਿਵਲ ਸਰਵੈਂਟਸ ਜਿਹੜੇ ਬ੍ਰਿਟਿਸ਼ ਜਿਹੜੇ ਸੀਗੇ, ਇਹਨੂੰ ਅਸੀਂ ਦੋ ਤਰੀਕੇ ਨਾਲ ਕਲਾਸੀਫਾਈ ਕਰਦੇ ਨੇ, ਕਨਵੀਨੀਐਂਟਡ ਐਂਡ ਅਨਕਨਵੀਨੀਐਂਟਡ ਸਰਵਿਸਿਜ਼। ਜਿਹੜੀਆਂ ਸਰਵਿਸਿਜ਼ ਸੀਗੀਆਂ ਇਹ ਨੇਚਰ ਆਫ ਵਰਕ ਕੀ ਹੈ, ਪੇ ਸਕੇਲਸ ਕੀ ਨੇ, ਜਾਂ ਅਪਾਇੰਟਿੰਗ ਅਥਾਰਟੀ ਕੀ, ਉਹਦੇ ਬੇਸਿਸ ਤੇ ਹੁੰਦੇ। ਕਨਵੀਨੀਐਂਟਡ ਮਤਲਬ ਜਿਹੜਾ ਹੈਗਾ ਲੀਜ਼ ਤੇ ਉਹਦੇ 1887 ਦੇ ਵਿੱਚ ਚਿੰਸਨ ਜਿਹੜੀ ਕਮਿਸ਼ਨ ਸੀ ਇਹਨਾਂ ਨੇ ਕੀ ਰਿਕਮੈਂਡ ਕੀਤਾ ਵੀ ਜਿਹੜੇ ਸਿਵਲ ਸਰਵਿਸਿਜ਼ ਨੇ, ਠੀਕ ਹੈ, ਰੀਆਰਗੇਨਾਈਜੇਸ਼ਨ ਆਫ ਦਾ ਸਰਵਿਸ ਔਨ ਅ ਨਿਊ ਪੈਟਰਨ ਡਿਵਾਈਡਡ ਦਾ ਸਰਵਿਸ ਇਨਟੂ 3 ਗਰੁੱਪਸ। ਠੀਕ ਹੈ, ਇਹਨਾਂ ਨੇ ਇਸ ਕਮੇਟੀ ਨੇ ਕਮਿਸ਼ਨ ਨੇ ਰਿਕਮੈਂਡ ਕੀਤਾ ਵੀ ਜਿਹੜੇ ਸਿਵਲ ਸਰਵਿਸਿਜ਼ ਨੇ ਇਹਨਾਂ ਨੂੰ 3 ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਜੀ। ਇੱਕ ਤਾਂ ਇੰਪੀਰੀਅਲ ਸਰਵਿਸਿਜ਼, ਪ੍ਰੋਵੀਜ਼ਨਲ ਸਰਵਿਸਿਜ਼ ਤੇ ਸਬਆਰਡੀਨੇਟ ਸਰਵਿਸਿਜ਼। ਉਸ ਤੋਂ ਬਾਅਦ ਜਿਹੜੀ ਇੰਪੀਰੀਅਲ ਸਰਵਿਸਿਜ਼ ਸੀਗੀਆਂ ਇਹਨਾਂ ਦੀ ਰਿਕਰੂਟਮੈਂਟ ਡਾਇਰੈਕਟ ਜਿਹੜੀ ਸੀ ਸੈਕਟਰੀ ਆਫ ਸਟੇਟਸ ਹੁੰਦੀ ਸੀ, ਕੰਟਰੋਲਿੰਗ ਅਥਾਰਟੀ ਸੈਕਟਰੀ ਆਫ ਸਟੇਟ ਸੀ। ਪ੍ਰੋਵੀਜ਼ਨਲ ਸਰਵਿਸਿਜ਼ ਜਿਹੜੀਆਂ ਸੀਗੀਆਂ ਤੇ ਸਬਆਰਡੀਨੇਟ ਸਿਸਟਮ ਸੀ ਸਰਵਿਸਿਜ਼ ਸੀਗੀਆਂ, ਇਹਨਾਂ ਦੀ ਜਿਹੜੀ ਸਿਲੈਕਸ਼ਨ ਸੀ ਪ੍ਰੋਵੀਜ਼ਨਲ ਗਵਰਨਮੈਂਟ ਕਰਦੀ ਸੀ। ਇਹੀ ਇਹਨਾਂ ਦੇ ਜਿਹੜੇ ਰੂਲ ਸੀਗੇ ਇਹ ਫਰੇਮ ਕਰਦੀ ਸੀ। ਠੀਕ ਹੈ ਜੀ, ਵਿਦ ਦਾ ਅਪਰੂਵਲ ਗਵਰਨਮੈਂਟ ਆਫ ਇੰਡੀਆ ਦੀ ਅਪਰੂਵਲ ਦੇ ਨਾਲ। ਗਵਰਨਮੈਂਟ ਆਫ ਇੰਡੀਆ ਐਕਟ 1990 ਇਹ ਬੜਾ ਇੰਪੋਰਟੈਂਟ ਐਕਟ ਸੀਗਾ, ਜਿਹਦੇ ਵਿੱਚ ਜਿਹੜੇ ਇੰਪੀਰੀਅਲ ਸਰਵਿਸਿਜ਼ ਸੀ ਇਹਨਾਂ ਨੂੰ 2 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਸੀ। ਇੱਕ ਤਾਂ ਸੀਗੀ ਆਲ ਇੰਡੀਆ ਸਰਵਿਸਿਜ਼, ਦੂਸਰੀ ਸੀ ਸੈਂਟਰਲ ਸਰਵਿਸਿਜ਼। ਆਲ ਇੰਡੀਆ ਸਰਵਿਸਿਜ਼ ਜਿੱਦਾਂ ਇਹਦੇ 'ਚ ਅੱਜ ਦੀ ਡੇਟ ਦੇ ਵਿੱਚ 62 ਤੋਂ ਜ਼ਿਆਦਾ ਜਿਹੜੀ ਸਰਵਿਸਿਜ਼ ਨੇ ਆਲ ਇੰਡੀਆ, ਜਿੱਦਾਂ IAS IPS IFS ਸਾਰੀਆਂ। ਸੈਂਟਰਲ ਸਰਵਿਸਿਜ਼ ਹੋ ਗਈਆਂ ਜਿੱਦਾਂ ਰੇਲਵੇਜ਼ ਦੀ ਹੋ ਗਿਆ, ਬੈਂਕਿੰਗ ਸੈਕਟਰ ਦੀਆਂ ਜਿਹੜੀ ਸੈਂਟਰਲ ਗਵਰਨਮੈਂਟ ਦੀਆਂ ਸਰਵਿਸਿਜ਼ ਨੇ। 1900 ਐਕਟ ਦੇ ਵਿੱਚ ਇਹਨਾਂ ਨੂੰ ਜਿਹੜਾ ਸਪਲਿਟ ਕਰ ਦਿੱਤਾ ਗਿਆ ਸੀ। ਫਿਰ 1924 ਦੇ ਵਿੱਚ ਕੀ ਹੋਇਆ, ਲੀ ਕਮਿਸ਼ਨ ਨੇ ਇੱਕ ਰਿਕਮੈਂਡ ਦਿੱਤੀ, ਡੈਟ ਸੈਚੂਰੇਟਰੀ ਪਬਲਿਕ ਸਰਵਿਸ ਕਮਿਸ਼ਨ ਜਿਹੜੀ ਸੀਗੀ ਕੰਟੈਂਪਲੇਟਡ ਬਾਈ ਦਾ ਗਵਰਨਮੈਂਟ ਆਫ ਇੰਡੀਆ 90 ਜਿਹੜੀ 1919 ਗਵਰਨਮੈਂਟ ਆਫ ਇੰਡੀਆ ਐਕਟ ਦੇ ਨਾਲ ਜਿਹੜੀ
ਜਿਹੜੀ ਬਣਾਈ ਗਈ ਸੀ, ਕਮਿਸ਼ਨ ਬਣਾਈ ਗਈ ਸੀ, ਡੀ ਕਮਿਸ਼ਨ ਨੇ ਕਿਹਾ 1924 ਦੇ ਵਿੱਚ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਨੂੰ ਇੰਪਲੀਮੈਂਟ ਕੀਤਾ ਜਾਵੇ। ਠੀਕ ਹੈ, ਇਹਨਾਂ ਦੀ ਰਿਕਮੈਂਡੇਸ਼ਨ ਤੋਂ ਬਾਅਦ 1 ਅਕਤੂਬਰ 1926 ਨੂੰ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਇੰਡੀਆ ਦਾ ਸੀ ਇਹ ਸੈਟਅਪ ਹੋਇਆ ਸੀ। 4 ਮੈਂਬਰ ਦੀ ਕਮੇਟੀ ਸੀਗੀ, ਜਿਹਦੇ ਵਿੱਚ ਜਿਹੜੇ ਚੇਅਰਮੈਨ ਸੀਗੇ ਸਰ ਰੋਜ਼ ਬਾਰਕਰ ਸੀ। ਹੀ ਵਾਜ਼ ਦਾ ਫਸਟ ਚੇਅਰਮੈਨ ਆਫ ਕਮਿਸ਼ਨ। ਤੇ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਕੀ ਸੀ, ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਕੀ ਸੀ, ਇਹਨਾਂ ਨੇ ਜਿਹੜੀ ਪਬਲਿਕ ਸਰਵਿਸ ਕਮਿਸ਼ਨ ਸੀ, ਠੀਕ ਹੈ, ਇਹਨੂੰ ਫॉर द ਸੈਂਟਰ ਫॉर द ਫੈਡਰੇਸ਼ਨ ਲਈ ਸੀਗਾ, ਤੇ ਜਿਹੜਾ ਪ੍ਰੋਵੀਜ਼ਨਲ ਪਬਲਿਕ ਸਰਵਿਸ ਕਮਿਸ਼ਨ ਸੀ ਇਹ ਸਟੇਟ ਲਈ ਬਣਾਇਆ ਸੀਗਾ। ਮਤਲਬ 1935 ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਜਿਹੜੀ ਸਟੇਟ ਦੀ ਸਰਵਿਸ ਕਮਿਸ਼ਨ ਸੀ ਉਹਨੂੰ ਅਲੱਗ ਕਰਤਾ ਸੀ, ਤੇ ਜਿਹੜਾ ਫੈਡਰਲ ਦਾ ਸੀ, ਜਿਹੜਾ ਕੰਟਰੀ ਦਾ ਸੀਗਾ, ਉਹਨੂੰ ਪ੍ਰੋਵੀਜ਼ਨਲ ਸਿਸਟਮ ਨੂੰ ਥੋੜਾ ਸਰਵਿਸ ਕਮਿਸ਼ਨ ਅਲੱਗ ਕਰਤਾ ਸੀਗਾ। 1 ਅਪ੍ਰੈਲ 1937 ਨੂੰ ਕੀ ਹੋਇਆ, ਤਾਂ ਪਬਲਿਕ ਸਰਵਿਸ ਕਮਿਸ਼ਨ ਬਿਕਮ ਦਾ ਫੈਡਰਲ ਪਬਲਿਕ ਸਰਵਿਸ ਕਮਿਸ਼ਨ। ਠੀਕ ਹੈ, ਫੈਡਰਲ ਮੀਨਸ ਇੱਕ ਸੈਂਟਰ ਦਾ ਇੱਕ ਪਬਲਿਕ ਸਰਵਿਸ ਕਮਿਸ਼ਨ ਦੇ ਨਾਮ ਤੋਂ ਇਹ ਜਾਣਿਆ ਜਾ ਰਿਹਾ ਸੀ 1 ਅਪ੍ਰੈਲ 1937 ਤੋਂ ਬਾਅਦ। ਫਿਰ 26 ਜਨਵਰੀ 1950 ਨੂੰ ਕੀ ਹੋਇਆ, ਜਿਹੜਾ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਸੀ ਇਸ ਨੂੰ ਅਸੀਂ UPSC ਯਾਨੀ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਨਾਮ ਤੋਂ ਜਿਹੜਾ ਚੇਂਜ ਕਰਤਾ ਸੀ। ਤੇ ਜਿਹੜੇ ਚੇਅਰਮੈਨ ਸੀਗੇ ਮੈਂਬਰਸ ਆਫ ਦਾ ਫੈਡਰਲ ਪਬਲਿਕ ਸਰਵਿਸ ਕਮਿਸ਼ਨ, ਠੀਕ ਹੈ, ਉਹੀ ਚੇਅਰਮੈਨ ਜਿਹੜੇ ਸੀਗੇ UPSC ਦੇ ਚੇਅਰਮੈਨ ਬਣ ਗਏ ਸੀਗੇ। ਤੇ ਇੰਡੀਅਨ ਇੰਡੀਪੈਂਡੈਂਸ ਐਕਟ ਆਫ 1947 ਇਹਦੇ ਵਿੱਚ ਕੀ ਸੀਗਾ, ਇਟ ਡਿਸਕੰਟੀਨਿਊਡ ਦਾ ਅਪਾਇੰਟਮੈਂਟ ਆਫ ਸਿਵਲ ਸਰਵਿਸਿਜ਼ ਦੀ ਜਿਹੜੀ ਅਪਾਇੰਟਮੈਂਟ ਕਰ ਰਹੇ ਸੀਗੇ 1947 ਦੇ ਐਕਟ ਦੇ ਵਿੱਚ, ਉਹ ਡਿਸਕੰਟੀਨਿਊਡ ਕਰਤੀਆਂ ਸੀਗੀਆਂ। ਠੀਕ ਹੈ ਜੀ, ਜਿਹੜੀ ਸੈਕਟਰੀ ਆਫ ਸਟੇਟ ਦੀ ਜਿਹੜੀ ਸਿਲੈਕਸ਼ਨ ਕਰਦੇ ਸੀਗੇ, ਤੇ ਜਿਹੜੇ ਮੈਂਬਰ ਆਫ ਸਿਵਲ ਸਰਵਿਸਿਜ਼ ਜਿਹੜੇ ਵੀ ਸੀਗੇ, ਜਿਹੜੇ 15 ਅਗਸਤ 1947 ਤੋਂ ਪਹਿਲਾਂ ਜਿਹੜੇ ਅਪਾਇੰਟ ਹੋਏ ਸੀਗੇ, ਉਹ ਅਗਰ ਚਾਹਣ ਤਾਂ ਸੇਮ ਸਰਵਿਸਿਜ਼ ਨੂੰ ਕੰਟੀਨਿਊ ਵੀ ਕਰ ਸਕਦੇ ਸੀਗੇ, ਤੇ ਅਗਰ ਚਾਹਣ ਤਾਂ ਲੈਫਟ ਵੀ ਕਰ ਸਕਦੇ ਸੀਗੇ। ਤੇ ਜੇ ਅਗਰ ਕੰਟੀਨਿਊ ਕਰਦੇ ਤਾਂ ਉਹਨਾਂ ਨੂੰ ਸੇਮ ਬੈਨੀਫਿਟਸ ਜਿਹੜੇ ਸੀਗੇ, ਜਿਹੜੀ ਟਾਈਮ ਆਫ ਸਿਲੈਕਸ਼ਨ ਉਹਨਾਂ ਨਾਲ ਪ੍ਰੋਮਿਸ ਕੀਤੇ ਗਏ ਸੀ, ਉਹ ਸਾਰੇ ਸੇਮ ਐਜ਼ ਇਟ ਇਜ਼ ਮਿਲਨੇ ਸੀਗੇ 1947 ਦੇ ਵਿੱਚ। ਠੀਕ ਹੈ, ਹੁਣ ਨੈਕਸਟ ਵੀਡੀਓ ਦੇ ਵਿੱਚ ਅਸੀਂ ਪੜਾਂਗੇ ਜਿਹੜੇ ਆਲ ਇੰਡੀਆ ਸਰਵਿਸ ਪਬਲਿਕ ਸਰਵਿਸ ਕਲਾਸੀਫਿਕੇਸ਼ਨਸ ਕਿਵੇਂ ਨੇ, ਆਲ ਇੰਡੀਆ ਦੇ ਵਿੱਚ ਕਿਵੇਂ ਹੈ, ਸੈਂਟਰਲ ਦੇ ਵਿੱਚ ਕਿਹੜੀਆਂ ਨੇ, ਸਟੇਟ ਦੇ ਵਿੱਚ। ਇਹ ਵੀਡੀਓਜ਼ ਨੂੰ ਘੱਟੋ ਘੱਟ 3-4 ਹਿੱਸਿਆਂ ਦੇ ਵਿੱਚ ਡਿਵਾਈਡ ਕਰਨਾ ਪਏਗਾ, ਕਾਫੀ ਵੱਡਾ ਟੌਪਿਕ ਹੈ। ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸੁਣੋ 1-2 ਵਾਰ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਇਸ ਚੈਨਲ ਨੂੰ, ਜਸ਼ਨ ਸਰ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਦੱਸੀ ਜਾ ਰਹੀ ਹੈ, ਜਿਹਦੇ ਵਿੱਚ ਇੰਡੀਅਨ ਸਿਵਲ ਸਰਵਿਸਿਜ਼ ਦੇ ਰਿਗਾਰਡਿੰਗ, ਇੰਡੀਅਨ ਪੁਲਿਸ ਸਰਵਿਸ, ਇੰਪੀਰੀਅਲ ਪੁਲਿਸ ਸਰਵਿਸਿਜ਼ ਦੇ, ਇੰਡੀਅਨ ਫੋਰੈਸਟ ਸਰਵਿਸ ਦੇ ਰਿਗਾਰਡਿੰਗ ਕਿੱਦਾਂ ਸਟਾਰਟ ਹੋਇਆ ਸੀ, ਕੀ ਉਹਦੀ ਹਿਸਟਰੀ ਸੀ, ਬੈਕਗਰਾਊਂਡ ਕੀ ਸੀ, ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਪਾਰਟ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਨੈਕਸਟ ਪਾਰਟ ਦੇ ਵਿੱਚ ਆਪਾਂ ਹੋਰ ਚੀਜ਼ਾਂ UPSC ਦੇ ਰਿਗਾਰਡਿੰਗ ਪੜਾਂਗੇ, ਕਿੱਦਾਂ ਸਿਲੈਕਸ਼ਨ ਹੁੰਦੀ ਹੈ, ਆਲ ਇੰਡੀਆ ਸਰਵਿਸਿਜ਼ ਦੇ ਵਿੱਚ ਕਿਹੜੇ ਤੁਹਾਡੇ ਇੰਡੀਅਨ ਨੇ ਜਿਹੜੇ ਨੇ IAS IPS ਆ ਜਾਂਦੇ ਨੇ, ਹੋਰ ਕਿਹੜੇ ਆ ਜਾਂਦੇ ਨੇ, ਹੈ ਨਾ। ਠੀਕ ਹੈ, ਥੈਂਕ ਯੂ ਵੈਰੀ ਮਚ। ਤੁਸੀਂ ਇਹਨੂੰ ਸੁਣੋ, ਲਾਈਕ ਕਰੋ ਤੇ ਸਬਸਕ੍ਰਾਈਬ ਕਰੋ। ਥੈਂਕ ਯੂ।